जैसे कि पहला शमूएल 1:17 में लिखा है, एली ने कहा, कुशल से चली जा, इज़राइल का परमेश्वर तुझे मन चाहा वर दे। यह वचन इनके जीवन में पूरा हुआ। सारे भैन भाइयों ਨੂੰ ਜੈ ਮਸੀਹ ਕੀ। ਮੇਰਾ ਨਾਮ ਅਮਨਦੀਪ ਕੌਰ ਹੈ। ਇਹ ਮੇਰੇ ਹਸਬੰਡ ਨੇ। ਇਹਨਾਂ ਦਾ ਨਾਮ ਮਨਿੰਦਰ ਸਿੰਘ ਹੈ। ਅਸੀਂ ਹੁਸ਼ਿਆਰਪੁਰ ਤੋਂ ਰਹਿਣ ਵਾਲੇ ਹਾਂ। ਅੱਜ ਅਸੀਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੇ ਹਾਂ। ਅਪ੍ਰੈਲ 2017 ਵਿੱਚ ਸਾਡੀ ਮੈਰਿਜ ਹੋਈ। ਉਸ ਤੋਂ ਬਾਅਦ ਜਿਹੜੇ ਮੇਰੇ ਪੀਰੀਅਡ ਉਹ ਇਨਰੈਗੂਲਰ ਰਹਿਣ ਲੱਗ ਪਏ। ਜਦੋਂ ਵੀ ਮੈਨੂੰ ਪੀਰੀਅਡ ਆਉਂਦੇ ਸੀ ਮੇਰਾ ਪੇਟ ਪੂਰੀ ਤਰ੍ਹਾਂ ਸਖਤ ਹੋ ਜਾਂਦਾ ਸੀ ਤੇ ਪੇਟ ਦੇ ਨਿਚਲੇ ਹਿੱਸੇ ਵਿੱਚ ਬਹੁਤ ਜ਼ਿਆਦਾ ਭਾਰੀਪਨ ਹੁੰਦਾ ਸੀ। ਭਾਰ ਨੀਚੇ ਨੂੰ ਬਹੁਤ ਜ਼ਿਆਦਾ ਪੈਣ ਲੱਗ ਪੈਂਦਾ ਸੀ ਪੇਟ ਦੇ ਨਿਚਲੇ ਹਿੱਸੇ 'ਚ। ਹੋਰ ਇਸੇ ਤਰ੍ਹਾਂ ਜਦੋਂ ਕੁਝ ਸਮਾਂ ਬੀਤ ਗਿਆ ਤਾਂ ਫਿਰ ਮੈਂ ਔਰ ਮੇਰੇ ਹਸਬੈਂਡ ਨੇ ਅਸੀਂ ਬੱਚੇ ਦੇ ਬਾਰੇ ਸੋਚਿਆ, ਬਟ ਮੈਂ ਬੇਬੀ ਕਨਸੀਵ ਨਹੀਂ ਸੀ ਕਰ ਪਾ ਰਹੀ। ਫਿਰ ਅਸੀਂ ਜਲੰਧਰ ਦੇ ਬਹੁਤ ਵੱਡੇ ਹਸਪੀਟਲ 'ਚ ਗਏ। ਅਸੀਂ ਉੱਥੇ ਡਾਕਟਰ ਨਾਲ ਗੱਲਬਾਤ ਕੀਤੀ, ਉਹਨੂੰ ਸਾਰਾ ਕੁਝ ਦੱਸਿਆ ਵੀ ਅਸੀਂ ਬੇਬੀ ਕਨਸੀਵ ਕਰਨਾ ਚਾਹੁੰਦੇ ਹਾਂ, ਬਟ ਹੋ ਨਹੀਂ ਰਿਹਾ। ਡਾਕਟਰ ਨੇ ਸਾਨੂੰ ਸਲਾਹ ਦਿੱਤੀ ਵੀ ਤੁਸੀਂ ਇੱਕ ਵਾਰੀ ਚਲੋ ਅਲਟਰਾਸਾਊਂਡ ਕਰਵਾ ਲਓ। ਅਸੀਂ ਜਦੋਂ ਅਲਟਰਾਸਾਊਂਡ ਕਰਵਾਇਆ ਤਾਂ ਸਾਨੂੰ ਡਾਕਟਰ ਨੇ ਦੱਸਿਆ ਵੀ ਤੁਹਾਡੇ ਬੱਚੇਦਾਨੀ ਦੇ ਵਿੱਚ ਬਹੁਤ ਸਾਰੀਆਂ ਪਾਣੀ ਵਾਲੀਆਂ ਰਸੌਲੀਆਂ ਆ। ਤੇ ਫਿਰ ਉਹਨਾਂ ਨੇ ਸਾਨੂੰ ਸਲਾਹ ਦਿੱਤੀ ਕਿ ਤੁਸੀਂ ਦਵਾਈ ਖਾਓ ਇਸ ਚੀਜ਼ ਲਈ। ਮਹੀਨਾ ਕੁ ਮੈਂ ਦਵਾਈ ਖਾਧੀ। ਉਸ ਤੋਂ ਬਾਅਦ ਮੈਂ ਫਿਰ ਅਲਟਰਾਸਾਊਂਡ ਕਰਵਾਈ ਤਾਂ ਮੇਰੀਆਂ ਰਸੌਲੀਆਂ ਨਹੀਂ ਸੀ ਠੀਕ ਹੋਈਆਂ, ਉਸੇ ਤਰ੍ਹਾਂ ਹੀ। ਫਿਰ ਉਸ ਤੋਂ ਬਾਅਦ ਅਸੀਂ ਦਸੂਹੇ ਆਏ। ਦਸੂਹੇ ਦੇ ਹਸਪਤਾਲ ਵਿੱਚ ਵੱਡੇ 'ਚ ਹੀ ਦਿਖਾਇਆ, ਦੱਸਿਆ ਡਾਕਟਰ ਨੂੰ ਵੀ ਮੇਰੇ ਇੱਧਰ ਰਸੌਲੀਆਂ ਪਾਣੀ ਵਾਲੀਆਂ। ਫਿਰ ਜਦੋਂ ਉਹਨਾਂ ਨੇ ਫਿਰ ਮੇਰੇ ਅਲਟਰਾਸਾਊਂਡ ਕੀਤੀ ਤਾਂ ਉਹਦੇ ਵਿੱਚ ਫਿਰ ਤੋਂ ਬਹੁਤ ਸਾਰੀਆਂ ਪਾਣੀ ਵਾਲੀ ਰਸੌਲੀਆਂ ਆਈਆਂ। ਉਹਨਾਂ ਨੇ ਵੀ ਮੈਨੂੰ ਇਹੀ ਸਲਾਹ ਦਿੱਤੀ ਕਿ ਤੁਸੀਂ 10 ਕੁ ਦਿਨ ਦਵਾਈ ਖਾਓ। ਅਸੀਂ ਜਿਹੜੇ ਵੀ ਡਾਕਟਰ ਕੋਲ ਜਾਂਦੇ ਸੀ ਉਹਨਾਂ ਨੂੰ ਦੱਸਦੇ ਸੀ ਵੀ ਅਸੀਂ ਬੇਬੀ ਕਨਸੀਵ ਕਰਨਾ ਚਾਹੁੰਦੇ ਹਾਂ, ਤੇ ਬਟ ਸਾਨੂੰ ਡਾਕਟਰ ਇਹੀ ਕਹਿੰਦੇ ਸੀ ਵੀ ਜਦੋਂ ਤੱਕ ਤੁਹਾਡੇ ਪੀਰੀਅਡ ਨਹੀਂ ਰੈਗੂਲਰ ਹੋ ਜਾਂਦੇ ਤੇ ਤੁਹਾਡੀਆਂ ਪਾਣੀ ਵਾਲੀ ਰਸੌਲੀਆਂ ਨਹੀਂ ਠੀਕ ਹੋ ਜਾਂਦੀਆਂ, ਅਜੇ ਤੱਕ ਤੁਸੀਂ ਬੇਬੀ ਨਹੀਂ ਕਨਸੀਵ ਕਰ ਸਕਦੇ। ਜਦੋਂ ਅਸੀਂ 3 ਤੋਂ 4 ਡਾਕਟਰ ਚੇਂਜ ਕੀਤੇ, ਉਸ ਤੋਂ ਬਾਅਦ ਵੀ ਸਾਡੇ ਬੇਬੀ ਕਨਸੀਵ ਨਹੀਂ ਹੋ ਰਿਹਾ ਸੀਗਾ ਤੇ ਸਾਡੀ ਲਾਈਫ ਬਹੁਤ ਡਿਸਟਰਬ ਹੋ ਚੁੱਕੀ ਸੀ। ਸਾਨੂੰ ਲੋਕੀ ਵੀ ਇਹ ਕਹਿੰਦੇ ਹੁੰਦੇ ਸੀਗੇ ਵੀ ਇਹਨਾਂ ਦੇ ਬੱਚਾ ਨਹੀਂ ਹੋਣਾ ਹੈਗਾ, ਇਹਨਾਂ ਦੇ ਵਿਆਹ ਨੂੰ 5 ਤੋਂ 6 ਸਾਲ ਹੋ ਗਏ ਆ। ਫਿਰ ਮੈਨੂੰ ਕਈ ਵਾਰ ਮੈਂ ਸੋਚਦੀ ਸੀ, ਮੈਨੂੰ ਇੱਦਾਂ ਲੱਗਦਾ ਸੀ ਵੀ ਸਾਡੀ ਏਜ ਵੀ ਹੋ ਰਹੀ ਆ, ਜੇ ਜਿੱਦਾਂ ਮੇਰੀਆਂ ਰਸੌਲੀਆਂ ਵੀ ਠੀਕ ਨਹੀਂ ਸੀ ਹੋ ਰਹੀਆਂ, ਪੀਰੀਅਡ ਵੀ ਮੇਰੇ ਸਹੀ ਨਹੀਂ ਸੀ ਹੋ ਰਹੇ। ਮੈਨੂੰ ਇੱਦਾਂ ਲੱਗਦਾ ਸੀ ਵੀ ਸ਼ਾਇਦ ਪਤਾ ਨਹੀਂ ਮੇਰੇ ਬੇਬੀ ਹੋਣਾ ਜਾਂ ਨਹੀਂ ਹੋਣਾ। ਮੈਂ ਇਹ ਵੀ ਸੋਚਦੀ ਰਹਿਣਾ ਤੇ ਮੈਂ ਇਹਨਾਂ ਨੂੰ ਵੀ ਦੱਸਦੀ ਨਹੀਂ ਹੁੰਦੀ ਸੀ। ਮੈਂ ਅੰਦਰੋਂ ਅੰਦਰ ਘੁੱਟਦੀ ਰਹਿਣਾ, ਕਿਸੇ ਵੇਲੇ ਸੋਚਦੀ ਰਹਿਣਾ ਵੀ ਸ਼ਾਇਦ ਪਤਾ ਨਹੀਂ ਹੁਣ ਕੀ ਬਣੂਗਾ। ਵੀ ਸਾਨੂੰ ਰਿਸ਼ਤੇਦਾਰ ਵੀ ਗੱਲਾਂ ਕਰਦੇ ਆ, ਲੋਕੀ ਵੀ ਕਹਿੰਦੇ ਆ, ਪਰ ਮੈਂ ਕਿਸੇ ਨੂੰ ਕਦੀ ਵੀ ਨਹੀਂ ਦੱਸਿਆ ਸੀ ਵੀ ਮੈਨੂੰ ਡਾਕਟਰ ਨੇ ਇੱਦਾਂ ਕਿਹਾ ਹੋਇਆ ਵੀ ਤੁਹਾਡੇ ਪਾਣੀ ਵਾਲੀ ਰਸੌਲੀਆਂ। ਮੈਨੂੰ ਬਸ਼ਰਮਿੰਦਗੀ ਫੀਲ ਹੁੰਦੀ ਸੀ, ਮੈਂ ਦੱਸਦੀ ਨਹੀਂ ਸੀ ਕਿਸੇ ਨੂੰ ਵੀ ਮੇਰੇ ਰਸੌਲੀਆਂ ਪਾਣੀ ਵਾਲੀਆਂ। ਸਾਡੇ ਘਰ ਦੇ ਸਾਹਮਣੇ ਜਿੱਦਾਂ ਸ਼ਾਮ ਦੇ ਟਾਈਮ ਕਾਫੀ ਸਾਰੇ ਬੱਚੇ ਇਕੱਠੇ ਹੋ ਜਾਂਦੇ ਸੀ ਛੋਟੇ ਛੋਟੇ, ਤੇ ਉਹਨਾਂ ਨੇ ਉੱਥੇ ਹੀ ਖੇਲਣਾ ਤੇ ਮੈਂ ਇੱਦਾਂ ਬਾਹਰ ਖੜੀ ਹੋ ਜਾਣਾ ਬੂਹੇ ਦੇ ਕੋਲ ਤੇ ਮੈਂ ਉਹਨਾਂ ਨੂੰ ਦੇਖਦੀ ਰਹਿਣਾ, ਖੇਲਦੀ ਰਹਿਣਾ ਉਹਨਾਂ ਨਾਲ। ਬਟ ਫਿਰ ਵੀ ਮੈਨੂੰ ਬੜਾ ਫੀਲ ਹੁੰਦਾ ਸੀ ਵੀ ਚਲੋ ਮੇਰੀ ਗੋਦ 'ਚ ਵੀ ਇੱਕ ਬੱਚਾ ਹੋਵੇ, ਮੈਂ ਵੀ ਆਪਣੇ ਬੱਚੇ ਨੂੰ ਇੱਦਾਂ ਸਾਰੇ ਬੱਚਿਆਂ ਵਿੱਚ ਖੇਡਦੇ ਦੇਖਾਂ। ਲੋਕਾਂ ਦੇ ਇੱਦਾਂ ਬੱਚਿਆਂ ਨੂੰ ਦੇਖਦੀ ਸੀ ਮੈਂ, ਫਿਰ ਵੀ ਮਨ ਵਿੱਚ ਇਹੀ ਸੋਚਦੀ ਸੀ ਵੀ ਚਲੋ ਕੋਈ ਨਹੀਂ, ਇਹ ਵੀ ਆਪਣੇ ਬੱਚਿਆਂ ਵਾਂਗ ਹੀ ਹੈ। ਮੈਂ ਉਹਨਾਂ ਨੂੰ ਆਪਣੇ ਬੱਚਿਆਂ ਵਾਂਗ ਹੀ ਪੂਰਾ ਪਿਆਰ ਕਰਦੀ ਸੀ। ਮੈਨੂੰ ਥੋੜ੍ਹਾ ਡਰ ਵੀ ਲੱਗਦਾ ਸੀ ਕਿਉਂਕਿ ਲੋਕਾਂ ਦੀ ਸੋਚ ਇੱਦਾਂ ਦੀ ਹੋ ਜਾਂਦੀ ਆ ਵੀ ਸਾਡੇ ਬੱਚੇ ਨੂੰ ਕੋਈ ਇੱਦਾਂ ਹੱਥ ਨਾ ਲਗਾਵੇ। ਮੇਰੇ ਬੇਬੀ ਨਹੀਂ ਸੀ, ਮੈਂ ਇਸ ਗੱਲੋਂ ਡਰਦੀ ਵੀ ਸੀ। ਜਦੋਂ ਮੈਂ ਆਪਣੇ ਹਸਬੈਂਡ ਨਾਲ ਕਈ ਵਾਰ ਬਾਜ਼ਾਰ ਜਾਂਦੀ ਸੀ ਤੇ ਉੱਥੇ ਮੈਂ ਸ਼ੋਰੂਮ ਵਿੱਚ ਇੱਦਾਂ ਬਾਜ਼ਾਰ ਵਿੱਚ ਬੱਚਿਆਂ ਦੇ ਛੋਟੇ ਛੋਟੇ ਕੱਪੜੇ ਲੱਗੇ ਦੇਖਦੀ ਸੀ ਤੇ ਮੈਂ ਆਪਣੇ ਹਸਬੈਂਡ ਨੂੰ ਮਤਲਬ ਇਹੀ ਕਹਿੰਦੀ ਸੀ, ਮੈਂ ਇਹੀ ਕਹਿੰਦੀ ਹੁੰਦੀ ਸੀ, ਮੈਂ ਕਿਹਾ ਵੀ ਸਾਡੇ ਵੀ ਕਦੀ ਬੱਚਾ ਹੋਊਗਾ, ਮੈਂ ਉਹਨੂੰ ਏਦਾਂ ਕੱਪੜੇ ਪਵਾਉਂਗੀ ਛੋਟੇ ਛੋਟੇ, ਕਿੰਨਾ ਸੋਹਣਾ ਲੱਗੂਗਾ ਉਹ। ਪਰ ਮੈਂ ਕਈ ਵਾਰ ਆਪਣੇ ਹਸਬੈਂਡ ਨੂੰ ਵੀ ਨਹੀਂ ਦੱਸਦੀ ਸੀ ਕਿ ਮੈਂ ਕੀ ਅੰਦਰ ਸੋਚਦੀ ਰਹਿੰਦੀ ਕੀ ਨਹੀਂ ਬੇਬੀ ਬਾਰੇ। ਮੈਨੂੰ ਬਹੁਤ ਜ਼ਿਆਦਾ ਕਈ ਵਾਰ ਰੋਣਾ ਆਉਂਦਾ ਸੀ, ਮੈਂ ਬੈਠ ਕੇ ਇਕੱਲੀ ਵੀ ਕਈ ਵਾਰੀ ਰੋ ਪੈਂਦੀ ਸੀ। ਫਿਰ ਸਾਡੇ ਗੁਆਂਢ ਵਿੱਚ ਸਿਸਟਰ ਰਹਿੰਦੇ ਸੀ, ਇੱਕ ਉਹ ਖਾਂਬਰਾ ਚਰਚ ਨਾਲ ਅਟੈਚ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਕੋਈ ਗੱਲ ਨਹੀਂ ਸਾਡੇ ਨਾਲ ਖਾਂਬਰਾ ਚਰਚ ਵਿੱਚ ਚੱਲ, ਉੱਥੇ ਤੂੰ ਚੱਲ, ਉੱਥੇ ਤੇ ਜਾਏਂਗੀ ਤੇਰੇ ਬੇਬੀ ਵੀ ਹੋ ਜਾਣਾ ਆ। ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਨਾਲ ਸਿਸਟਰ ਨਾਲ ਇੱਥੇ ਚਰਚ ਵਿੱਚ ਆਏ ਤੇ ਅਸੀਂ ਭਵਨ 'ਚ ਬੈਠੇ, ਅਸੀਂ ਦਾ ਮਤਲਬ ਸਾਰੀ ਪ੍ਰੇਅਰ ਦੇਖੀ। ਜਦੋਂ ਮੇਰੇ ਹਸਬੈਂਡ ਨੇ ਗਵਾਹੀਆਂ ਸੁਣੀਆਂ ਤੇ ਇਹਨਾਂ ਦੀ ਅੱਖਾਂ ਵਿੱਚ ਹੰਝੂ ਆ ਗਏ ਤੇ ਮੈਂ ਵੀ ਜਦੋਂ ਬੈਠੀ, ਜੇ ਮੈਂ ਜਾ ਕੇ ਚਰਚ ਵਿੱਚ ਆਈ ਹਾਂ, ਜਿੱਦਾਂ ਮੈਂ ਬੈਠੀ ਮੈਂ ਭਜਨ ਸੁਣੇ ਤੇ ਮੇਰੀ ਵੀ ਅੱਖਾਂ ਵਿੱਚ ਨਾ ਇੱਕਦਮ ਹੰਝੂ ਆ ਗਏ। ਮੈਂ ਰੋਈ ਜਾਵਾਂ ਬਹੁਤ ਜ਼ਿਆਦਾ, ਮਤਲਬ ਮੈਂ ਰੋਈ ਬੈਠੀ ਬੈਠੀ
ਤੇ ਮੇਰੇ ਮਨ ਨੂੰ ਬਹੁਤ ਜ਼ਿਆਦਾ ਮਤਲਬ ਸ਼ਾਂਤੀ ਮਿਲੀ ਇੱਥੇ ਆ ਕੇ ਭਵਨ ਦੇ ਵਿੱਚ। ਉਸ ਤੋਂ ਬਾਅਦ ਅਸੀਂ ਫਿਰ ਲਗਾਤਾਰ ਅੰਕੁਰ ਨੂਰੁੱਲਾ ਮਿਨਿਸਟਰੀ ਦੇ ਨਾਲ ਮੈਂ ਔਰ ਮੇਰੇ ਹਸਬੈਂਡ ਜੁੜੇ ਰਹੇ, ਵਚਨਾਂ ਨੂੰ ਸੁਣਦੇ ਰਹੇ। 6 ਫਰਵਰੀ 2022 ਨੂੰ ਮੈਂ ਆਨਲਾਈਨ ਮੀਟਿੰਗ ਘਰੇ ਬੈਠੇ ਦੇਖ ਰਹੀ ਸੀ ਤੇ ਪਰਮੇਸ਼ਰ ਦੇ ਦਾਸ ਅੰਕੁਰ ਨੂਰੁੱਲਾ ਜੀ ਨੇ ਖਾਸ ਉਹਨਾਂ ਭੈਣਾਂ ਲਈ ਪ੍ਰੇਅਰ ਕੀਤੀ ਜਿਨ੍ਹਾਂ ਦੇ ਬੇਬੀ ਨਹੀਂ ਹੈ। बांझपन के रोग जाते रहे, गुप्त रोग जाते रहे, बेबीज ब्लेसिंग की आपको टेस्टिमनीज मिले, पेट ब्लेस हो यीशु के नाम में, गर्भ ब्लेस हो यीशु मसीह के नाम में। आपके गर्भ को मैं कमांड करता हूं, बी फ्रूटफुल, बी मल्टीप्लाई। आप बढ़ने वाले हो, मल्टीप्लाई होने वाले हो जाए। मैं कमांड करता हूं पेट को मल्टीप्लाई हो, बी फ्रूटफुल इन जीसस नेम। ਉਸ ਪ੍ਰੇਅਰ ਨੂੰ ਰਿਸੀਵ ਕਰਨ ਤੋਂ ਬਾਅਦ ਮੈਂ ਪ੍ਰਭੂ ਨਾਲ ਆਪਣਾ ਰਿਸ਼ਤਾ ਹੋਰ ਜ਼ਿਆਦਾ ਮਜ਼ਬੂਤ ਕੀਤਾ। ਮੈਂ ਫਾਸਟਿੰਗ ਕੀਤੀ ਤੇ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੱਤੀ ਤੇ ਜਿੱਦਾਂ ਹੀ ਮੈਂ ਪ੍ਰੇਅਰ ਸੁਣੀ, ਪ੍ਰੇਅਰ ਨੂੰ ਰਿਸੀਵ ਕਰਨ ਤੋਂ ਬਾਅਦ ਮੈਂ ਨੈਕਸਟ ਮੰਥ ਹੀ ਮੇਰਾ ਪ੍ਰੈਗਨੈਂਸੀ ਟੈਸਟ ਪੋਜ਼ਿਟਿਵ ਸੀ ਤੇ ਜਿਹਦੇ ਕਰਕੇ ਅਸੀਂ ਬਹੁਤ ਜ਼ਿਆਦਾ ਖੁਸ਼ ਹੋ ਗਏ। ਮੇਰੇ ਹਸਬੈਂਡ ਵੀ ਬਹੁਤ ਜ਼ਿਆਦਾ ਖੁਸ਼ ਹੋਏ। ਮੈਂ ਵੀ ਇਹ ਕਿੱਦਾਂ ਹੋ ਸਕਦਾ ਹੈ ਵੀ 6 ਸਾਲ ਬਾਅਦ ਡਾਕਟਰਾਂ ਨੇ ਵੀ ਜਿੱਥੇ ਮੈਨੂੰ ਜਵਾਬ ਦੇ ਦਿੱਤਾ ਸੀ ਵੀ ਜਦੋਂ ਤੱਕ ਤੁਹਾਡੀ ਰਸੋਲੀਆਂ ਪੀਰੀਅਡ ਸਭ ਕੁਝ ਠੀਕ ਨਹੀਂ ਹੋ ਜਾਂਦਾ ਤੁਸੀਂ ਪ੍ਰੈਗਨੈਂਟ ਨਹੀਂ ਹੋ ਸਕਦੇ। ਉਸ ਤੋਂ ਬਾਅਦ 1 ਦਸੰਬਰ 2022 ਨੂੰ ਪਰਮੇਸ਼ਰ ਨੇ ਮੈਨੂੰ ਹੈਲਦੀ ਬੇਬੀ ਬੋਏ ਦੇ ਨਾਲ ਬਲੈਸ ਕੀਤਾ। ਜਿਸ ਤਰ੍ਹਾਂ ਬਾਈਬਲ ਦੇ ਵਿੱਚ ਪਰਮੇਸ਼ਰ ਨੇ ਹੰਨਾ ਨੂੰ ਯਾਦ ਕੀਤਾ, ਸਾਰਾ ਨੂੰ ਯਾਦ ਕੀਤਾ, ਉਹਨਾਂ ਦੀ ਸ਼ਰਮਿੰਦਗੀਆਂ ਨੂੰ ਪ੍ਰਭੂ ਨੇ ਦੂਰ ਕੀਤਾ, ਉਸੇ ਤਰ੍ਹਾਂ ਹੀ ਪਰਮੇਸ਼ਰ ਨੇ ਮੇਰੀ ਵੀ ਸ਼ਰਮਿੰਦਗੀ ਨੂੰ ਦੂਰ ਕੀਤਾ। ਮੈਂ ਕਿਹਾ ਸੀ ਵੀ ਮੈਂ ਆਪਣੇ ਬੱਚੇ ਦਾ ਨਾਮ ਸ਼ੈਮੂਅਲ ਹੀ ਰੱਖਣਾ ਹੈ ਤੇ ਪਰਮੇਸ਼ਰ ਨੇ ਮੈਨੂੰ ਬੇਟੇ ਨਾਲ ਹੀ ਬਲੈਸ ਕਰਨਾ ਹੈ ਤੇ ਪਰਮੇਸ਼ਰ ਨੇ ਮੈਨੂੰ ਬੇਟੇ ਨਾਲ ਬਲੈਸ ਕੀਤਾ। ਮੈਂ ਉਸਦਾ ਨਾਮ ਸ਼ੈਮੂਅਲ ਹੀ ਰੱਖਿਆ ਆ। ਉਸ ਪ੍ਰੇਅਰ ਨੂੰ ਰਿਸੀਵ ਕਰਨ ਤੋਂ ਬਾਅਦ ਹੁਣ ਮੇਰੀਆਂ ਰਸੋਲੀਆਂ ਗਾਇਬ ਹੋ ਗਈਆਂ। ਪਰਮੇਸ਼ਰ ਨੇ ਉਹਨਾਂ ਰਸੋਲੀਆਂ ਨੂੰ ਗਾਇਬ ਕੀਤਾ ਆ। ਜਿਨ੍ਹਾਂ ਭੈਣਾਂ ਦੇ ਅੱਜ ਵੀ ਬੇਬੀ ਨਹੀਂ ਹੈ, ਬੇਬੀ ਚਾਹੁੰਦੀਆਂ, ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ, ਦੁਆ ਕਰੋ ਉਹਦੇ ਅੱਗੇ। ਉਹ ਸਾਡੀ ਦੁਆਵਾਂ ਨੂੰ ਜ਼ਰੂਰ ਸੁਣਦਾ ਆ। ਮੈਂ ਵੀ ਉਸ ਅੱਗੇ ਹੀ ਦੁਆ ਕੀਤੀ ਸੀ, ਉਸਨੇ ਮੇਰੀ ਦੁਆ ਨੂੰ ਵੀ ਸੁਣਿਆ, ਮੇਰੀ ਸ਼ਰਮਿੰਦਗੀ ਸਾਰੀ ਦੂਰ ਕੀਤੀ। ਉਹ ਤੁਹਾਡੀ ਭੈਣਾਂ ਦੀ ਵੀ ਸਾਰੀ ਸ਼ਰਮਿੰਦਗੀ ਨੂੰ ਦੂਰ ਕਰੇਗਾ। ਹੁਣ ਅਸੀਂ ਆਪਣੇ ਬੇਟੇ ਦੇ ਨਾਲ ਬਹੁਤ ਜ਼ਿਆਦਾ ਖੁਸ਼ ਹਾਂ। ਸਾਡੇ ਰਿਸ਼ਤੇਦਾਰ ਵੀ ਬਹੁਤ ਖੁਸ਼ ਆ। ਸਾਰੇ ਲੋਕ ਵੀ ਹੈਰਾਨ ਹੋ ਜਾਂਦੇ ਵੀ ਤੁਹਾਨੂੰ ਮਤਲਬ ਕਿੱਦਾਂ 6 ਸਾਲ ਬਾਅਦ ਤੁਹਾਡੇ ਬੇਬੀ ਹੋਇਆ। ਮੈਂ ਇਹੀ ਦੱਸਦੀ ਵੀ ਮੈਨੂੰ ਪਰਮੇਸ਼ਵਰ ਨੇ ਦਿੱਤਾ ਹੈ ਤੇ ਮੈਂ ਉਹਦੇ ਘਰ ਵਿੱਚ ਹੀ ਇਸ ਨੂੰ ਸੇਵਾ ਲਈ ਦੇਣਾ ਹੈ। ਇਸ ਵੱਡੀ ਆਸ਼ੀਸ਼ ਦੇ ਲਈ ਅਸੀਂ ਪ੍ਰਭੂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਪ੍ਰਭੂ ਦੇ ਅਭਿਸ਼ਿਕਤ ਦਾਸ ਦਾ ਬਹੁਤ ਧੰਨਵਾਦ ਕਰਦੇ ਹਾਂ। ਸਾਰੇ ਭੈਣ ਭਾਈਆਂ ਨੂੰ ਜੈ ਮਸੀਹ ਦੀ। जैसा कि परमेश्वर अपने दासों पर अपनी गुप्त बातों को प्रकट करता था, वैसे ही परमेश्वर का वो अभिषेक आज भी काम करता है। ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਮੇਰਾ ਨਾਮ ਹਰਪ੍ਰੀਤ ਹੈ। ਮੈਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਹਾਂ। ਮੈਂ ਅੱਜ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੀ ਹਾਂ ਕਿ ਕਿਸ ਤਰ੍ਹਾਂ ਪ੍ਰਭੂ ਨੇ ਮੇਰੀ ਲਾਈਫ ਵਿੱਚ ਬਹੁਤ ਅਦਭੁਤ ਕੰਮ ਕੀਤਾ। ਨਵੰਬਰ 2022 ਇਸ ਦੇ ਵਿੱਚ ਇੱਕ ਰਾਤ ਮੈਂ ਇੱਦਾਂ ਸੋ ਰਹੀ ਸੀ ਤੇ ਮੈਂ ਅਚਾਨਕ ਹੀ ਮੈਨੂੰ ਆਪਣੇ ਕੱਪੜਿਆਂ ਦੇ ਵਿੱਚ ਗਿੱਲਾਪਨ ਜਿਹਾ ਫੀਲ ਹੋਇਆ ਤੇ ਫਿਰ ਮੈਂ ਉੱਠ ਕੇ ਆਪਣੇ ਆਪ ਨੂੰ ਚੈੱਕ ਕੀਤਾ ਤੇ ਜਦੋਂ ਮੈਂ ਚੈੱਕ ਕੀਤਾ ਤੇ ਮੇਰੇ ਗੁਪਤ ਅੰਗ ਰਾਹੀਂ ਬਲੱਡ ਬਾਹਰ ਆਇਆ ਹੋਇਆ ਸੀ ਤੇ ਮੈਨੂੰ ਲੱਗਾ ਕਿ ਸ਼ਾਇਦ ਮੈਂ ਪੀਰੀਅਡ ਆਏ ਹੋਏ ਆ। ਤੇ ਉਸ ਤੋਂ ਬਾਅਦ ਨੈਕਸਟ ਡੇ ਮੈਂ ਆਪਣਾ ਕੰਮ ਕਰਦਾ ਸਾਰਾ ਜਿੱਦਾਂ ਕਰਦੀ ਹੁੰਦੀ ਰੈਗੂਲਰ ਲਾਈਫ ਵਿੱਚ ਉਸੇ ਤਰ੍ਹਾਂ ਮੈਂ ਕੀਤਾ ਤੇ ਉਸ ਤੋਂ ਬਾਅਦ ਮੈਂ ਆਪਣੀ ਸੌਣ ਦੀ ਤਿਆਰੀ ਵਿੱਚ ਸੀ ਤੇ ਮੈਂ ਸੋ ਗਈ। ਉਸ ਤੋਂ ਬਾਅਦ ਫਿਰ ਨਾਈਟ ਮੈਨੂੰ ਸੇਮ ਇਸੇ ਤਰ੍ਹਾਂ ਹੋਈ। ਇਸੇ ਤਰ੍ਹਾਂ ਫਿਰ ਜਦੋਂ 2-3 ਦਿਨ ਮੈਨੂੰ ਲਗਾਤਾਰ ਹੀ ਬਲੀਡਿੰਗ ਹੁੰਦੀ ਰਹੀ ਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਬਲੱਡ ਆਉਂਦਾ ਹੁੰਦਾ ਸੀ। ਇਸ ਦੇ ਨਾਲ ਹੀ ਮੇਰੇ ਪ੍ਰਾਈਵੇਟ ਪਾਰਟ ਗੁਪਤ ਅੰਗ ਦੇ ਉੱਤੇ ਬਹੁਤ ਹੀ ਜ਼ਿਆਦਾ ਇਨਫੈਕਸ਼ਨ ਹੋ ਗਈ ਸੀਗੀ। ਮੈਨੂੰ ਪਿੰਪਲਸ ਹੋ ਗਏ ਸੀਗੇ ਤੇ ਉਹ ਜ਼ਖਮ ਬਣ ਚੁੱਕੇ ਸੀਗੇ ਤੇ ਉਹਨਾਂ ਨਾਲ ਮੇਰੇ ਜਲਨ ਬਹੁਤ ਜ਼ਿਆਦਾ ਹੋ ਰਹੀ ਸੀ ਗੁਪਤ ਅੰਗ ਦੇ ਉੱਤੇ। ਮੇਰੇ ਕੋਲ ਕੱਪੜੇ ਨਹੀਂ ਪਾਏ ਜਾਂਦੇ ਸੀਗੇ। ਉਹ ਕੱਪੜੇ ਮੈਂ ਬਹੁਤ ਲੂਜ਼ ਪਾਉਂਦੀ ਸੀਗੀ। ਉਸ ਟਾਈਮ ਮੈਂ ਬਾਹਰ ਰਹਿ ਰਹੀ ਸੀ ਕਿਉਂਕਿ ਮੈਂ ਬਾਹਰ ਸਟੱਡੀ ਕਰਦੀ ਹਾਂ।
ਤੋਂ ਮੈਂ ਆਪਣੇ ਘਰ ਤੋਂ ਦੂਰ ਰਹਿੰਦੀ ਹਾਂ। ਮੈਂ ਆਪਣੇ ਫਿਰ ਸਹੇਲੀਆਂ ਦੇ ਨਾਲ ਇਸ ਚੀਜ਼ ਬਾਰੇ ਇਹ ਚੀਜ਼ ਨੂੰ ਸ਼ੇਅਰ ਕੀਤਾ ਕਿ ਮੇਰੇ ਨਾਲ ਆ ਕੁਝ ਹੋ ਰਿਹਾ ਆ, ਮੇਰੇ ਦਾ ਬਲੀਡਿੰਗ ਹੋ ਰਹੀ ਆ ਤੇ ਮੇਰੇ ਦਾ ਗੁਪਤ ਅੰਗ ਦੇ ਉੱਤੇ ਆ ਇਨਫੈਕਸ਼ਨ ਹੋ ਰਹੀ। ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਮੇਰੇ ਸਿੰਪਟਮਸ ਨੂੰ ਦੇਖ ਕੇ, ਕਿਉਂਕਿ ਉਹ ਕੁਝ ਉਹਨਾਂ ਦੇ ਵਿੱਚੋਂ ਨਰਸ ਨੇ ਤੇ ਉਹਨਾਂ ਨੇ ਮੈਨੂੰ ਉਹ ਸਿੰਪਟਮਸ ਦੇਖ ਕੇ ਮੈਨੂੰ ਇਹ ਐਡਵਾਈਸ ਕੀਤਾ ਕਿ ਤੂੰ HIV ਦਾ ਟੈਸਟ ਕਰਾ। ਜਦੋਂ ਮੈਨੂੰ ਮੇਰੀ ਸਹੇਲੀਆਂ ਨੇ HIV ਦੇ ਟੈਸਟ ਦਾ ਦੱਸਿਆ ਤਾਂ ਮੈਂ ਬਹੁਤ ਜ਼ਿਆਦਾ ਡਰ ਗਈ ਸੀ ਕਿ ਕਿਤੇ ਮੈਨੂੰ ਇਹ ਰੋਗ ਤਾਂ ਨਹੀਂ ਹੋ ਗਿਆ। ਫਿਰ ਮੈਂ ਇਸ ਆਪਣੀ ਦਿੱਕਤ ਬਾਰੇ ਜੋ ਮੈਨੂੰ ਹੋ ਰਹੀ ਸੀ ਬੋਡੀ ਵਿੱਚ, ਮੈਂ ਇਸ ਚੀਜ਼ ਬਾਰੇ ਆਪਣੀ ਮਾਸੀ ਨਾਲ ਡਿਸਕਸ ਕੀਤਾ। ਉਸ ਤੋਂ ਬਾਅਦ ਮੇਰੇ ਮਾਸੀ ਜੀ ਆਏ ਤੇ ਮੈਨੂੰ ਹੋਸਟਲ ਤੋਂ ਘਰ ਲੈ ਕੇ ਗਏ ਤੇ ਉਸ ਤੋਂ ਬਾਅਦ ਅਸੀਂ ਇੱਕ ਡਾਕਟਰ ਨੂੰ ਮਿਲੇ ਤੇ ਉਹਨਾਂ ਨੇ ਮੈਨੂੰ ਪ੍ਰੋਪਰਲੀ ਚੈੱਕ ਕੀਤਾ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਮੈਡੀਸਨ ਦਿੱਤੀ ਤਾਂ ਬਟ ਮੈਨੂੰ ਕੋਈ ਵੀ ਰਿਕਵਰੀ ਆਪਣੀ ਬੋਡੀ ਵਿੱਚ ਫੀਲ ਨਹੀਂ ਹੋਈ। ਉਹ ਇਨਫੈਕਸ਼ਨ ਵੀ ਉਸੇ ਤਰ੍ਹਾਂ ਸੀ ਤੇ ਬਲੀਡਿੰਗ ਵੀ ਉਸੇ ਤਰ੍ਹਾਂ ਹੋ ਰਹੀ ਸੀ। ਮੈਨੂੰ ਉਸ ਮੈਡੀਸਨ ਦੇ ਨਾਲ ਕੋਈ ਵੀ ਫਰਕ ਨਹੀਂ ਪਿਆ। ਫਿਰ ਜਦੋਂ ਮੈਂ ਦੂਸਰੀ ਵਾਰ ਉਸ ਡਾਕਟਰ ਦੇ ਕੋਲ ਗਈ ਤੇ ਮੈਂ ਉਹਨਾਂ ਨੂੰ ਚੈੱਕ ਕਰਾਇਆ ਤੇ ਕੋਈ ਵੀ ਰਿਕਵਰੀ ਨਹੀਂ ਸੀ ਤੇ ਮੈਂ ਖੁਦ ਉਸ ਚੀਜ਼ ਨਾਲ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੀ ਸੀ ਤੇ ਉਹਨਾਂ ਨੇ ਮੈਨੂੰ ਹੋਰ ਮੈਡੀਸਨ ਚੇਂਜ ਕਰਕੇ ਦੇ ਦਿੱਤੀ ਕਿ ਤੁਸੀਂ ਇਸ ਦਾ ਯੂਜ਼ ਕਰੋ ਕਿ ਤੁਹਾਨੂੰ ਜ਼ਰੂਰ 2-3 ਦਿਨਾਂ ਵਿੱਚ ਉਸ ਚੀਜ਼ ਦੇ ਨਾਲ ਰਿਕਵਰੀ ਹੋਏਗੀ। ਬਟ ਉਹ ਵੀ ਜਦੋਂ ਮੈਂ ਯੂਜ਼ ਕੀਤੀ ਉਸ ਚੀਜ਼ ਨਾਲ ਵੀ ਮੈਨੂੰ ਕੋਈ ਫਰਕ ਨਹੀਂ ਪਿਆ। ਇਸ ਰੋਗ ਦੇ ਕਰਕੇ ਮੇਰਾ ਪੇਟ ਜਿਹੜਾ ਸੀਗਾ ਉਹ ਫੁੱਲਣਾ ਸਟਾਰਟ ਹੋ ਚੁੱਕਿਆ ਸੀ। ਜੇ ਉਹ ਇਸ ਤਰ੍ਹਾਂ ਲੱਗਦਾ ਸੀ ਕਿ 1-2 ਮੰਥ ਦੀ ਜਿਸ ਤਰ੍ਹਾਂ ਪ੍ਰੈਗਨੈਂਟ ਲੇਡੀ ਹੁੰਦੀ ਆ ਉਹ ਇਸ ਤਰ੍ਹਾਂ ਦਾ ਸੀ ਤੇ ਉਸ ਦੇ ਨਾਲ ਮੈਂ ਆਪਣੇ ਰੂਮ ਵਿੱਚ ਇਕੱਲੀ ਹੀ ਰਹਿੰਦੀ ਸੀ ਤੇ ਮੈਂ ਬਹੁਤ ਜ਼ਿਆਦਾ ਡਿਪਰੈਸ ਰਹਿੰਦੀ ਸੀ। ਮੇਰਾ ਦਿਮਾਗ, ਮੈਂ ਮੈਂਟਲੀ ਵੀ ਅਪਸੈਟ ਹੋ ਚੁੱਕੀ ਸੀ। ਇਸ ਰੋਗ ਦੇ ਕਰਕੇ ਮੈਂ ਨਾ ਤਾਂ ਆਪਣੀ ਸਟੱਡੀ ਤੇ ਫੋਕਸ ਕਰ ਪਾ ਰਹੀ ਸੀ। ਮੈਂ 1 ਮੰਥ ਆਪਣੀ ਕਲਾਸਿਸ ਨਹੀਂ ਲਗਾਈਆਂ, ਆਪਣੇ ਰੂਮ ਵਿੱਚ ਹੀ ਇਕੱਲੀ ਰਹੀ ਹਾਂ। ਮੈਂ ਦਵਾਈਆਂ ਵਗੈਰਾ ਖਾ ਕੇ ਵੀ ਦੇਖ ਚੁੱਕੀ ਸੀ, ਹਰ ਇੱਕ ਤਰ੍ਹਾਂ ਦਾ ਟ੍ਰੀਟਮੈਂਟ ਜਿਸ ਤਰ੍ਹਾਂ ਮੈਂ ਕਰਵਾ ਹੀ ਲਿਆ ਸੀਗਾ। ਮੇਰਾ ਉਹ ਇੱਕ ਦਵਾਈਆਂ ਖਾ ਕੇ ਮੈਂ ਅੱਕ ਚੁੱਕੀ ਸੀ, ਮੈਂ ਨਹੀਂ ਖਾਣਾ ਚਾਹੁੰਦੀ ਸੀ। ਮੇਰਾ ਭਰੋਸਾ ਵੀ ਉਸ ਉੱਤੇ ਉੱਠ ਚੁੱਕਿਆ ਸੀ ਕਿਉਂਕਿ ਮੈਨੂੰ 1% ਵੀ ਮੇਰੀ ਕੋਈ ਵੀ ਰਿਕਵਰੀ ਨਹੀਂ ਹੋ ਪਾ ਰਹੀ ਸੀ। ਆਪਣੇ ਇਸ ਰੋਗ ਦੇ ਦੌਰਾਨ ਮੈਂ ਹੱਸਦੀ ਤਾਂ ਸੀ ਬਟ ਮੈਂ ਅੰਦਰੋਂ ਨਹੀਂ ਹੱਸਦੀ ਸੀ ਕਿਉਂਕਿ ਮੈਂ ਇੱਦਾਂ ਦੀ ਲੜਕੀ ਸੀ, ਮੈਂ 24 ਘੰਟੇ ਹੱਸਣ ਵਾਲੀ ਲੜਕੀ ਸੀ। 90% ਮੈਂ ਹੱਸਦੀ ਹੀ ਰਹਿੰਦੀ ਸੀ। ਆਪਣੇ ਘਰਦਿਆਂ ਨਾਲ ਕੋਈ ਵੀ ਹੋਵੇ, ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਹੋਵੇ, ਮੈਂ ਆਲਵੇਜ਼ ਖੁਸ਼ ਰਹਿਣ ਵਾਲੀ ਲੜਕੀ ਸੀਗੀ। ਬਟ ਉਸ ਰੋਗ ਨੇ ਮੇਰੀ ਉਹ ਹਾਸੀ ਵਾਲੀ ਲਾਈਫ, ਉਹ ਆਨੰਦਿਤ ਰਹਿਣ ਵਾਲੀ ਲਾਈਫ ਨੂੰ ਖਤਮ ਕਰ ਦਿੱਤਾ ਸੀ। ਮੈਂ ਬਹੁਤ ਜ਼ਿਆਦਾ ਦੁਖੀ ਰਹਿਣ ਦੇ ਕਾਰਨ ਮੈਂ ਸੁਸਾਈਡ ਕਰਨ ਬਾਰੇ ਸੋਚਦੀ ਸੀ। ਪਰ ਮੇਰੀ ਉਸ ਹਾਲਤ ਦੇ ਵਿੱਚ ਵੀ ਮੇਰਾ ਤੇ ਮੇਰੇ ਪਰਿਵਾਰ ਦਾ ਵਿਸ਼ਵਾਸ ਜਿਹੜਾ ਸੀਗਾ ਉਹ ਪਰਮੇਸ਼ਰ ਦੇ ਉੱਤੇ ਸੀ ਕਿਉਂਕਿ ਅਸੀਂ ਬਹੁਤ ਟਾਈਮ ਤੋਂ ਅੰਕੁਰੋਲਾ ਮਿਨਿਸਟਰੀ ਦੇ ਨਾਲ ਜੁੜੇ ਹੋਏ ਹਾਂ ਤੇ ਸਾਡਾ ਵਿਸ਼ਵਾਸ ਜਿਹੜਾ ਸੀ ਉਸ ਜੀਵ ਤੇ ਪਰਮੇਸ਼ਰ ਦੇ ਉੱਤੇ ਸੀ ਕਿ ਉਹੀ ਸਾਨੂੰ ਚੰਗਾ ਕਰ ਸਕਦਾ, ਉਹੀ ਸਾਨੂੰ ਸਾਡੇ ਰੋਗਾਂ ਤੋਂ ਰਿਹਾ ਕਰ ਸਕਦਾ ਹੈ। ਤੇ ਮੈਨੂੰ ਇੱਕ ਪਰਮੇਸ਼ਰ ਦਾ ਵਚਨ ਯਾਦ ਆਉਂਦਾ ਸੀ ਕਿ ਤੂੰ ਮੈਨੂੰ ਛੱਡ ਸਕਦਾ ਪਰ ਮੈਂ ਨਾ ਤੈਨੂੰ ਛੱਡਾਂਗਾ ਤੇ ਨਾ ਹੀ ਤੈਨੂੰ ਤਿਆਗਾਂਗਾ। ਫਿਰ ਮੈਂ ਲਗਾਤਾਰ ਹੀ ਪਰਮੇਸ਼ਰ ਦੀ ਹਜ਼ੂਰੀ ਦੇ ਨਾਲ ਜੁੜੀ ਰਹੀ। 18 ਦਸੰਬਰ 2022 ਨੂੰ ਜਦੋਂ ਮੈਂ ਚਰਚ ਆਈ ਉਸ ਦਿਨ ਮੇਰੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਸੀ। ਉਸ ਦਿਨ ਪ੍ਰੇयर ਦੇ ਦੌਰਾਨ ਪਰਮੇਸ਼ਰ ਦੇ ਦਾਸ ਨੇ ਇੱਕ ਪ੍ਰੋਫੈਸੀ ਕੀਤੀ। एक सिस्टर को मैं देख रहा हूँ, बिल्कुल तुम्हारी लाइफ को परमेश्वर का आत्मा मुझे दिखा रहा है। बहुत आनंदित थी तुम्हारी जिंदगी और खुशनुमा थी, हंसी वाली थी। 90% तुम हंसती रहती थी। तुम्हारा फेस मैं देख रहा हूँ स्पिरिट में, तुम्हारे दांत देख रहा हूँ बिल्कुल वाइट, और मैं देख रहा हूँ तुम्हें ब्लड का रोग हुआ, ब्लड बहने का। शैतान ने तुम्हारी बॉडी के ऊपर अटैक किया। उसके बाद तुम्हारा हंसना उसने बंद कर दिया। अब तुम हंसती हो लेकिन अंदर से नहीं। खुदाबंद का रूह आज मुझे दिखा रहा है तुम्हारे पेट के अंदर से वो उन चीजों को बंद कर रहा है। तुम्हारी हीलिंग स्टार्ट हो चुकी है। आज मीटिंग के दौरान उस ब्लीडिंग को मैं कम होता देख रहा हूं आज के दिन, और 3 दिन के अंदर अंदर वो पूरी तरह से सूख जाएगी। वो सारा रोग खत्म हो जाएगा। तुम नॉर्मल हो आज से, अभी से मैं तुमको हील होता और डिलीवर होता हुआ प्रोफेटिक वर्ड्स के द्वारा देख रहा हूं राइट नाउ। आमीन हो। चाहिए बरकत तुम्हारी है। जिस तरह मैं उस प्रोफेसी ਨੂੰ ਸੁਣਿਆ ਤਾਂ ਮੈਂ ਬਹੁਤ ਹੈਰਾਨ ਸੀ। ਜਿਸ ਤਰ੍ਹਾਂ ਪਰਮੇਸ਼ਰ ਦੇ ਦਾਸ ਨੇ ਪ੍ਰੋਫੈਸੀ ਕੀਤੀ ਤਾਂ ਇੱਕਦਮ ਮੈਨੂੰ ਪਰਮੇਸ਼ਰ ਦੇ ਆਤਮਾ ਨੇ ਛੂਇਆ ਤਾਂ ਮੈਂ ਰੋਣ ਲੱਗ ਗਈ ਤੇ ਮੇਰੀ ਬੋਡੀ ਹਲਕੀ ਹੋ ਗਈ ਤੇ ਮੇਰੀ ਬਲੀਡਿੰਗ ਬਿਲਕੁਲ ਸਟਾਪ ਹੋ ਚੁੱਕੀ ਸੀ ਤੇ ਮੈਂ ਭੱਜ ਕੇ ਅੱਗੇ ਗਈ ਤੇ ਪਰਮੇਸ਼ਰ ਦੀ ਦਾਸੀ ਨੇ ਮੇਰੀ ਗਵਾਹੀ ਨੂੰ ਦਿੱਤਾ। अपोस्टल जी, आपने भविष्यवाणी की थी मास प्रेयर में, जैसे कि स्पिरिट ने आपको दिखाया कि एक सिस्टर को मैं देख रहा हूँ जो हर समय खुश रहती, खुशनुमा और हंसी वाला उसका रहता है नेचर, और 90% हंसती रहती है। और कहते हैं कि जैसे ही इनको अटैक हुआ
और 1 महीने से लगातार ब्लीडिंग हो रही थी। कहते मैं अपने बालों को पकड़ लेती थी कि मैं मर जाऊं। मैं किस तरह से एक खुशनुमा और हंसी वाला मेरा नेचर था, इतनी खुश रहती थी, लेकिन ये कैसे मुझ पर अटैक आया और कैसे बीमार हुई कि मैं एकदम से पागल होने लगी। तो ये मरने के लिए सोचते थे, लेकिन आज जैसे ही आपने भविष्यवाणी की इस बहन का नाम और इसके नेचर के नाम लेकर, तभी एकदम से ब्लीडिंग स्टॉप हुई और पूरी तरह से ये बहन फ्री हो चुकी है। लहू तेरा डुलिया रब मैनू मिलिया नवा बनाया मैनू। लहू तेरा डुलिया रब मैनू मिलिया नवा बनाया मैनू। नवा बनाया मैनू, नवा बनाया मैनू। तेरे लिए यसू जी, तेरे लिए तेरे लिए यसू जी, तेरे लिए सा मेरा एक तेरे लिए यसू जी सा मेरा। उस दिन ਜਦੋਂ ਮੈਂ ਘਰ ਗਈ ਮੇਰੀ ਬੋਡੀ ਬਿਲਕੁਲ ਫ੍ਰੀ ਸੀ, ਮੈਂ ਬਿਲਕੁਲ ਆਜ਼ਾਦ ਸੀ ਤੇ ਮੇਰੀ ਬਲੀਡਿੰਗ ਸਟਾਪ ਹੋ ਚੁੱਕੀ ਸੀ ਤੇ ਮੇਰੀ ਸਾਨੂੰ ਵੱਡੀ ਗੱਲ ਸੀ ਕਿ ਮੇਰੇ ਅੰਦਰ ਸ਼ਾਂਤੀ ਸੀਗੀ, ਪੀਸ ਸੀਗਾ। ਮੈਂ ਬਹੁਤ ਹੈਪੀ ਫੀਲ ਕਰ ਰਹੀ ਸੀ, ਮੇਰੇ ਅੰਦਰ ਆਨੰਦ ਸੀ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀਗਾ ਤੇ ਮੈਂ ਉਸ ਦਿਨ ਬਹੁਤ ਚੈਨ ਦੀ ਨੀਂਦ ਸੁੱਤੀ। ਜਿਸ ਤਰ੍ਹਾਂ ਪਰਮੇਸ਼ਰ ਦੇ ਦਾਸ ਨੇ ਬੋਲਿਆ ਸੀ ਕਿ 3 ਦਿਨਾਂ ਵਿੱਚ ਤੁਹਾਡਾ ਰੋਗ ਖਤਮ ਹੋ ਜਾਏਗਾ, ਉਸੇ ਤਰ੍ਹਾਂ ਮੇਰੇ 3 ਦਿਨ ਗੁਪਤ ਅੰਗ ਦੇ ਵਿੱਚੋਂ ਗੰਦਾ ਪਾਣੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਬਾਹਰ ਨਿਕਲਦਾ ਰਿਹਾ। ਉਸ ਦੇ ਦੌਰਾਨ ਉਹ ਜਿਹੜਾ ਰੋਗ ਸੀਗਾ ਉਹ ਮੇਰੀ ਬੋਡੀ ਨੂੰ ਛੱਡ ਕੇ ਚਲਾ ਗਿਆ ਤੇ ਮੇਰੇ ਜੋ ਜ਼ਖਮ ਸੀਗੇ ਗੁਪਤ ਅੰਗ ਦੇ ਉੱਤੇ, ਜੋ ਜ਼ਖਮ ਸੀਗੇ ਉਹ ਵੀ ਬਿਲਕੁਲ ਸੁੱਕਣੇ ਸ਼ੁਰੂ ਹੋ ਚੁੱਕੇ ਸੀ ਤੇ ਮੇਰੀ ਬਲੀਡਿੰਗ ਬਿਲਕੁਲ ਸਟਾਪ ਹੋ ਚੁੱਕੀ ਸੀ। ਮੇਰਾ ਪੇਟ ਬਿਲਕੁਲ ਪ੍ਰੋਪਰਲੀ ਆਪਣੀ ਸ਼ੇਪ ਦੇ ਵਿੱਚ ਆ ਚੁੱਕਿਆ ਸੀ। ਉਸ ਦਿਨ ਤੋਂ ਬਾਅਦ ਮੈਂ ਉਸ ਰੋਗ ਤੋਂ ਬਿਲਕੁਲ ਰਿਹਾ ਆ, ਉਸ ਇਨਫੈਕਸ਼ਨ ਤੋਂ ਬਿਲਕੁਲ ਰਿਹਾ ਆ। ਹੁਣ ਮੈਂ ਆਪਣਾ ਸਾਰਾ ਕੰਮ ਮੈਂ ਖੁਦ ਕਰਦੀ ਹਾਂ, ਆਪ ਆਪਣੇ ਕੱਪੜੇ, ਬਰਤਨ, ਹਰ ਇੱਕ ਚੀਜ਼, ਖਾਣਾ ਬਣਾਉਣਾ, ਹਰ ਇੱਕ ਚੀਜ਼ ਮੈਂ ਖੁਦ ਕਰਦੀ ਹਾਂ। ਮੈਂ ਬਹੁਤ ਖੁਸ਼ ਹਾਂ ਤੇ ਮੈਨੂੰ ਉੱਠਣ ਬੈਠਣ 'ਚ ਕੋਈ ਦਿੱਕਤ ਨਹੀਂ ਆ, ਕੋਈ ਪਰੇਸ਼ਾਨੀ ਨਹੀਂ ਆ, ਕੋਈ ਕੱਪੜੇ ਪਹਿਨਣ 'ਚ ਕੋਈ ਪਰੇਸ਼ਾਨੀ ਨਹੀਂ ਆ, ਕੋਈ ਸੌਣ 'ਚ ਪਰੇਸ਼ਾਨੀ ਨਹੀਂ ਆ, ਮੈਨੂੰ ਕੋਈ ਸੁਸਾਈਡਲ ਥੋਟਸ ਨਹੀਂ ਆਉਂਦੇ। ਮੈਂ ਮੈਂਟਲੀ ਬਿਲਕੁਲ ਰਿਹਾ ਹੋ ਚੁੱਕੀ ਹਾਂ, ਉਹਨਾਂ ਥੋਟਸ ਤੋਂ ਮੈਂ ਰਿਹਾ ਹੋ ਚੁੱਕੀ ਹਾਂ ਕਿ ਮੈਂ ਸੁਸਾਈਡ ਕਰਨਾ ਆ। ਜਿਹੜੀਆਂ ਭੈਣਾਂ ਇੱਦਾਂ ਦੇ ਰੋਗਾਂ ਤੋਂ ਪੀੜਿਤ ਆ, ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿਣਾ ਚਾਹਾਂਗੀ ਕਿ ਆਪਣਾ ਭਰੋਸਾ ਉਹ ਪਰਮੇਸ਼ਰ ਤੇ ਰੱਖੋ, ਕਿਉਂਕਿ ਉਹ ਜੀਵਤਾ ਪਰਮੇਸ਼ਰ ਆ। ਉਹ ਸਾਨੂੰ ਰਿਹਾ ਕਰਨ ਦੀ ਤਾਕਤ ਰੱਖਦਾ ਹੈ। ਜਿਸ ਤਰ੍ਹਾਂ ਉਹ 12 ਸਾਲ ਦੀ ਰੋਗਣ ਨੂੰ ਰਿਹਾ ਕਰਨ ਦੀ ਤਾਕਤ ਰੱਖਦਾ ਹੈ, ਉਹਦੇ ਇੱਕ ਟੱਚ ਦੇ ਨਾਲ ਉਹ ਠੀਕ ਹੋ ਗਈ, ਉਸੇ ਤਰ੍ਹਾਂ ਪਰਮੇਸ਼ਰ ਤੁਹਾਨੂੰ ਵੀ ਛੂਹਣ ਦੀ ਤਾਕਤ ਰੱਖਦਾ ਹੈ। ਹੁਣ ਮੈਂ ਬਹੁਤ ਜ਼ਿਆਦਾ ਆਨੰਦਿਤ ਹਾਂ ਕਿਉਂਕਿ ਉਹ ਦੁੱਖ ਭਰੀ ਲਾਈਫ ਨੂੰ ਪਰਮੇਸ਼ਰ ਨੇ ਮੇਰੇ ਤੋਂ ਦੂਰ ਕਰ ਦਿੱਤਾ। ਮੈਂ ਬਹੁਤ ਜ਼ਿਆਦਾ ਆਨੰਦਿਤ ਹਾਂ। ਮੇਰੀ ਸਭ ਤੋਂ ਵੱਡੀ ਗੱਲ ਇਹ ਆ ਕਿ ਪਰਮੇਸ਼ਰ ਨੇ ਮੇਰੀ ਸਮਾਈਲ ਮੈਨੂੰ ਵਾਪਿਸ ਦਿੱਤੀ ਆ। ਮੈਨੂੰ ਉਹ ਆਨੰਦ ਜੋ ਮੇਰੀ ਲਾਈਫ ਵਿੱਚ ਪਹਿਲਾਂ ਸੀ, ਪਰਮੇਸ਼ਰ ਨੇ ਮੈਨੂੰ ਉਹ ਦਿੱਤਾ ਆ, ਜੋ ਸ਼ੈਤਾਨ ਨੇ ਮੇਰੇ ਤੋਂ ਖੋਹ ਲਿਆ ਸੀਗਾ ਤੇ ਪਰਮੇਸ਼ਰ ਨੇ ਮੈਨੂੰ ਉਹ ਦੁੱਗਣਾ ਚੌਗਣਾ ਕਰਕੇ ਮੈਨੂੰ ਵਾਪਸ ਦਿੱਤਾ। ਇਸੇ ਤਰ੍ਹਾਂ ਪਰਮੇਸ਼ਰ ਤੁਹਾਨੂੰ ਵੀ ਦੇਗਾ। ਇਸ ਵੱਡੀ ਚੰਗਿਆਈ ਲਈ ਮੈਂ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੀ ਹਾਂ ਤੇ ਪਰਮੇਸ਼ਰ ਦੇ ਦਾਸ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ। ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। आज ये भाई अपने जीवन की अद्भुत गवाही देने जा रहे हैं कि कैसे परमेश्वर के जीवित वचन ने इनके जीवन में काम किया और इन्हें नशे से आज़ाद करके इनके जीवन को असरदार बनाया। तो आइए सुनते हैं इनकी गवाही को। सबको जय मसीह की। मेरा नाम रोहित है और मैं उत्तर प्रदेश का रहने वाला हूँ और मैं अपने जीवन की सबसे बड़ी गवाही देने जा रहा हूँ। अब मेरी उम्र 26 साल है। जब मैं 16 साल का था तो मैं पढ़ता था। मेरे यार दोस्त जो थे वो गलत थे। हमने देखा कि कुछ लोग बीड़ी सिगरेट पीते रहते थे, तो उन्हें देखने के बाद हमें भी ऐसा लगा कि यार हमें भी करना चाहिए। तो फिर अगले दिन हम ऐसे ही हुआ, फिर स्कूल तो गए पर स्कूल के अंदर नहीं, स्कूल के बाहर से ही साइकिल घुमा दिए और जाके सिगरेट के डब्बे ले लिए और जाके सिगरेट पीना चालू किए। जंगल में जाके सिगरेट पीना चालू कर दिए हम। जब मैंने पहले तो मुझे टेस्ट उसका बहुत अच्छा लगा। रोज़ आते थे, स्कूल आते टाइम गांव से
झिलो सुखा मेरे। फिर हम सिगरेट लेके चलते थे वापस, फिर पीते जाते थे गांव तक। एक दो सिगरेट से काम नहीं चलता था, फिर 4-4 5-5 सिगरेट अलग अलग डब्बे रखने लगे थे जेब में अपना। तो एक दिन में 10 सिगरेट पी जाते थे हम। यार दोस्तों को देखता था गांव में और भांग पीते थे जो। मैंने भांग पिया तो मेरे को अच्छा लगा, भूख लगा टाइट, तो मैं ऐसे ही रोज़ भांग पीने लगा। ऐसी तलब लगने लगी, सिगरेट से ज़्यादा तलब भांग की रहती थी मेरे को। जब मैं स्कूल में रहता था, नशे करता था, तो मेरे पास पैसे नहीं होते थे। जैसे कि हम भैंस पालते थे तो दूध का पैसा रहता था हमारे घर में, तो मैं दूध के पैसे में से पैसा ज़्यादा रहता था, तो मैं देखता था कि उसमें से 500 कभी निकाल लिया, कभी 200 निकाल लिया। मैं चोरी करने लगा घर में से। घर में पता चला कि धीरे धीरे कि लड़का पैसे चुराने लगा है। तो जैसे कि मैं पैसे चुरा के गया, घर से निकला हूँ, जब उन्होंने मेरा अच्छे से देखा तो फिर मेरे को वहीं से उन्होंने पीटना चालू कर दिया। तो इस कारण करके मेरा पढ़ाई छूट गया था। मैं फिर मेरी बेलदारी करने लगा जाके। आते रोज़ का यही काम था हमारा कि सुबह जाना काम पे, सुबह शाम तक सिगरेट पीना। मेरे को 100-150 रुपये डेली ख़त्म कर देता ना सिगरेट में ही। और ऐसे करते करते डेली जब शाम के टाइम आते थे वापसी, तो जो मेरे साथ के काम करने वाले थे वो सब पीने वाले, शराब पीने वाले थे, वो सब ठेके पे रुक जाते थे और उनके कारण मुझे भी रुकना पड़ता था। पर एक दिन एक दोस्त बोला कि मैं ज़्यादा ही काम कर रहा था, कहने लगा कि आज तो थक गया है शायद, लग रहा है मेरे को। मैं कहा भाई थक तो गया हूँ। कहने लगा एक पैक लगा के देख, आज तेरी थकान ही दूर हो जाएगी। तो जब मैंने पहली बार आपका नशा किया तो मेरे को अच्छा लगा। रोज़ ऐसे शाम के टाइम आते थे, फिर शराब पीना चालू कर दिया उनके साथ में, रोज़ रेगुलर पीता रहा। मैं जितना भी दिन भर कमाता था तो सब शराब में उड़ा देता, क्योंकि मेरी लत इतनी ज़्यादा बढ़ चुकी थी कि मैं शराब के बिना रह नहीं पाता था। कि मैं ये नहीं सोचता था कि मेरे को पैसे घर भी लेके जाने बचा के, कि मेरे फैमिली भी है, मेरे भाई है, माँ बाप है, उनके लिए भी चाहिए कुछ पैसा बचाना। तो जब मेरे पास पैसे ख़त्म हो जाते थे तो मैं ये दोस्तों से पूछता था कि भाई यार तुम्हारे पास पैसा है क्या यार, नशा करना है यार मेरे को। बोले कि अरे यार पैसा तो है नहीं, पर तू एक काम कर, आज मेडिकल नशा करके देख कैसा लगता है। मैंने कहा कौन सा नशा है भाई मेडिकल ऐसा। मैं सुबह से फिर उसके नशे को करने लगा। सुबह खा के उससे काम पे चला जाता, पूरे दिन नशे में रहता था। शाम तक जब शाम को उतरता नशा तो ठेके पे चला जाता था, शराब पीता और शाम को आके फिर एक पत्ता लेता रोज़, वो खाता और सो जाता था। बेलदारी के मेहनत मजदूरी काम, पैसे से काम नहीं चलता था मेरा, कम पड़ जाता था पैसा। मैं सोचा कि कंपनी में बाहर काम करूँगा तो ज़्यादा पैसा मिलेगा। मैं घर छोड़ करके बाहर चला गया। जैसे बाहर जाकर मैंने कंपनी में काम करना चालू किया तो वहाँ पे मैं रात के 2 बजे तक डबल शिफ्ट करता था, तो 15-16 हज़ार रुपये मेरे आराम से उठा लेता था वहाँ पे। और मैं नशे में 24 घंटे रह के काम करता था। जैसे जैसे मेरी उम्र बढ़ती जा रही थी, ऐसे ऐसे मेरे नशे भी बढ़ते जा रहे थे। मैं अलग अलग नशे करने चालू कर दिया था। फिर मैं वहाँ बाहर दोस्तों के साथ संगति बनाई नशे वालों की, तो वहाँ पे मेरे को गांजे का नशा मिला। फिर मैं गांजा भी मंगाने लगा पैसे देकर लोगों को कि मेरे लिए भी लेकर आओ भाई मेरे पैसे का। तो मेरी इतनी ज़्यादा लत बढ़ चुकी थी कि मैं रात को 2, ढाई, 3 बजे भी उठ के ठेके जाके पीटता था कि अंकल मेरे को शराब दे दो। वो इसलिए गेट नहीं खोलता था, तो मैं पहले ही शाम को ही खरीद के रख लेता था। 8-7 क्वार्टर खरीद लेता था, रखता था अपने पास। जैसे ही रात को आँख खुलती थी, पानी शराब मिला के दोनों मिक्स करके पी लेता था और फिर सो जाता था ऐसे ही। नशे के कारण जब सारा मेरा पैसा बिल्कुल ही खत्म हो जाता था तो मैंने चोरी करना चालू कर दिया। फिर मैं बंद कंपनी में जाता था, वहाँ से लोहा चुरा के लाता था, लोहा चुरा के कबाड़ी को बेच देता था और वहाँ से जो 2-3 हज़ार रुपये आता था उनका शराब पी जाता था, कर्जे वाले का भी नहीं देता था। कई बार मैं इतना नशा करता था कि मेरे को खुद होश नहीं रहती थी कि भाई मैं कहाँ हूँ, किस दिशा में चल रहा हूँ, कैसे जा रहा हूँ। मैं ऐसे ही कहीं भी रास्ते में गिर जाता था तो फिर मैं उठ नहीं पाता था, बस वहीं पे पड़ के सो जाता था। जब मेरा आँख खुलता था मैं देखता था कि मैं कहाँ पड़ा हूँ यार, मेरी क्या हालत है, मैं कैसे पड़ा हूँ, नाले के पास पड़ा हूँ। मेरे को बताते थे, मेरा फ़ोटो खींच के लोग मेरे को दिखाते थे तब, तो मेरे को बहुत शर्मिंदगी महसूस होती थी कि यार मेरी क्या लाइफ हो चुकी है ये। और नशे के साथ साथ मैं व्यभिचार में भी चला गया। मैं लड़कियों से बातें करता था फ़ोन पे और ये सब करते करते मैं इतना ज़्यादा व्यभिचार में चला गया था कि मैं गलत मूवी देखना चालू कर दिया था। किसी भी लड़की को देखता था तो मन में कुछ गलत भी विचार डाला। नशे और व्यभिचार के कारण मैं इतना डिप्रेशन में आ गया था कि मैंने 2 बार सुसाइड करने की कोशिश की। एक बार मैंने फांसी लगा के सुसाइड करना चाहा और एक बार चलती गाड़ी के आगे मैं जाके खड़ा हो गया था कि मेरे को मरना ही है भाई, आज मुझे मार दो। फिर एक दिन मेरी कर्जन सिस्टर ने मेरे को खामर चर्च के बारे में बताया कि यहाँ पर पुराने से पुराने नशे से लोग आज़ाद होते हैं और दुष्ट आत्माओं से आज़ाद होते हैं। मैं बोलने लगा कि ये कहाँ पे है भाई, मेरे को भी बताओ।
तो मेरे को बताया सिस्टर ने कि जलंधर में है, ये यूट्यूब से देख तू। तभी मेरे घर पे थे तो मैंने यूट्यूब से देखा और मुझे विश्वास होने लगा कि हाँ ये यहाँ मेरे नशे छूट सकते हैं। फिर 3 नवंबर 2022 को मैं खामरा चर्च की ऑनलाइन मीटिंग देख रहा था कि परमेश्वर के दास नशे वाले लोगों के लिए और पाप की गंदी आत्मा के लिए प्रार्थना कर रहे थे। आत्मा जो नशे की है, पाप की है, गंदगी की है, बीमारी की है, निकालो अपनी लाइफ से, आउट करो इन जीसस ने, आउट करो नशे की आत्मा। जैसे ही मैंने सामर्थ्य प्रार्थना को अपने लिए रिसीव किया तो मुझे पवित्र आत्मा ने छुआ और मुझे गर्माहट महसूस हुई और मेरे शरीर से पसीना पसीना निकलने लगा। उससे अगले दिन मैं नशा करने की कोशिश की। तो जैसे मैं शराब पीने के लिए चला तो मेरा किए जाने के लिए मैं वापस रूम पर आ गया। बीड़ी की तरफ गया था, मेरा मन बीड़ी को भी नहीं किया कि बीड़ी भी नहीं पीनी यार। अब ना ही मैं शराब पीता हूँ और ना सिगरेट पीता हूँ और ना ही गांजा और ना भांग ना फुक्की खाता हूँ और ना नशे का कोई नशा करता हूँ। कोई भी व्यभिचार नहीं है मेरे अंदर। मैं बिल्कुल उन सब दुष्ट आत्माओं से आज़ाद हूँ और जीवन प्रभु को दे चुका हूँ। मैं उन भाइयों को बताना चाहता हूँ जो आज भी नशे में हैं, व्यभिचार में हैं और पाप में हैं कि भाई प्रभु यीशु में अपना जीवन दो। जैसे परमेश्वर ने मुझे पाप से, व्यभिचार से और नशों से निकाला, ऐसे परमेश्वर आपको भी निकालने की सामर्थ्य रखता है। इस बड़े छुटकारे के लिए मैं परमेश्वर का धन्यवाद करता हूँ और परमेश्वर के दास का धन्यवाद करता हूँ। सबको जय मसीह की। तारीफ करें जोर से, सब जन तालियों के साथ जोर से परमेश्वर की तारीफ करें।